हेलो स्टूडेंट्स। बेटा अज आपां गल करनी है एलिमिनेशन रिएक्शंस और डीहाइड्रोहैलोजिनेशन ऑफ एल्काइल हैलाइड। बेसिकली आपां एल्काइल हैलाइड्स दीयां कैमिकल प्रॉपर्टीज़ पढ़ते पे हैं। उहदे विच आपां ਜਿਹੜੀਆਂ मेन दो मैकेनिज्म पढ़े आ वो पढ़े SN1 SN2 ठीक है। न्यूक्लियोफिलिक सबसटीट्यूशन रिएक्शनस ਉਹਦੇ ਵਿੱਚ ਆਪਾਂ सबसटीट्यूशन पढ़ी ਸੀਗੀ कि ਜਿਹੜਾ ਐਲਕਾਈਲ ਦੇ ਨਾਲ ਹੈਲੋਜਨ ਐਟਮ ਲੱਗਾ ਹੋਇਆ ਆ ਉਹਨੂੰ ਕੋਈ ਨਿਊਕਲੀਓਫਾਈਲ ਆ ਕੇ ਰਿਪਲੇਸ ਕਰਦਾ ਪਿਆ ਆ। ਓਕੇ, ਬਟ ਜੇ ਆਪਾਂ ਹੁਣ ਸਾਡੇ ਕੋਲ ਮੰਨ ਲਓ ਕੋਈ ਐਲਕਾਈਲ ਹੈਲਾਈਡ ਆ, इस तरह करके कोई एल्काइल हैलाइड आ, ठीक है। ये हैलोजन एटम लगा होया है, ठीक है। एक थोड़ी की चीज़ इत्थे समझ लैनी है, एल्फा बीटा की हुंदा है। ये हैलोजन एटम लगा होया है। हैलोजन एटम जिहड़ी कार्बन दे नाल जुड़िया होया है, हैलोजन एटम ਜਿਹੜੀ फस्ट कार्बन ਦੇ ਨਾਲ ਜੁੜਿਆ ਹੋਇਆ ਹੈ, ਡਾਇਰੈਕਟ ਜੁੜਿਆ ਹੋਇਆ ਹੈ, ਇਹਨੂੰ ਬੋਲਦੇ ਆ ਐਲਫਾ ਕਾਰਬਨ। ਇਹ ਕਾਰਬਨ ਤੋਂ ਜਿਹੜੀ ਅੱਗੇ ਕਾਰਬਨ ਹੋਊਗੀ, ਚਾਹੇ ਇਸ ਸਾਈਡ ਨੂੰ ਜਿਸ ਸਾਈਡ ਨੂੰ ਮਰਜੀ, ਜਿਹੜੀ ਇਹ ਤੋਂ ਅਗਲੀ ਕਾਰਬਨ ਆ ਉਹਨੂੰ ਬੋਲਦੇ ਆ ਬੀਟਾ ਕਾਰਬਨ। ਉਹ ਬੀਟਾ ਕਾਰਬਨ ਤੇ ਜਿਹੜਾ ਹਾਈਡਰੋਜਨ ਲੱਗਾ ਹੋਇਆ ਹੈ ਇਹਨੂੰ ਆਪਾਂ ਬੋਲਾਂਗੇ ਬੀਟਾ ਹਾਈਡਰੋਜਨ। ਕਿਆ ਬੋਲਾਂਗੇ? ਬੀਟਾ ਹਾਈਡਰੋਜਨ। ਹੁਣ ਹੁੰਦਾ ਕੀ ਆ, ਜਿਹੜਾ ਹੈਲੋ ਐਲਕੇਨ ਆ, ਜਦੋਂ ਆਪਾਂ ਇਹਦੇ ਵਿੱਚ ਸਟਰੋਂਗ ਬੇਸ ਪਾਣੇ ਆ, ਸਟਰੋਂਗ ਬੇਸ ਮਤਲਬ ਜਿੱਦਾਂ ਪੋਟਾਸ਼ੀਅਮ ਹਾਈਡਰੋਕਸਾਈਡ ਪਾ ਦਿੱਤਾ, ਠੀਕ ਹੈ। ਹੁਣ ਜਿਹੜਾ ਇਹਦੇ ਵਿੱਚ ਪੋਟਾਸ਼ੀਅਮ ਹਾਈਡਰੋਕਸਾਈਡ ਦੇ ਵਿੱਚ OH ਨੈਗੇਟਿਵ ਆ, ਇਹਨੇ ਕੀ ਕਰਨਾ, ਤੁਸੀਂ ਬੇਸ ਨੂੰ ਇਸ ਤਰ੍ਹਾਂ ਹੀ ਮੈਕੈਨਿਜ਼ਮ ਨੂੰ ਲੈ ਕੇ ਚਲੋ। ਤੁਹਾਡੇ ਕੋਲ ਜਿਹੜਾ B ਨੈਗੇਟਿਵ ਬੇਸ ਆ, ਇਹਨੇ ਕੀ ਕਰਨਾ, ਇਹਨੇ ਆਹ ਵਾਲੀ H ਨੂੰ ਫੜਨ ਦੀ ਕੋਸ਼ਿਸ਼ ਕਰਨੀ ਹੈ। ਇਹਨੇ H ਦੇ ਨਾਲ ਅਟੈਕ ਕਰਕੇ ਉਹਨੂੰ ਆਪਣੇ ਵੱਲ ਖਿੱਚ ਲੈਣਾ, ਠੀਕ ਹੈ। ਜਦੋਂ ਇਹਨੂੰ ਹਾਈਡਰੋਜਨ ਨੂੰ ਬੇਸ ਨੇ ਖਿੱਚ ਲੈਣਾ, ਜਿਹੜਾ ਇਹ ਵਾਲਾ ਬੌਂਡ ਆ ਇਸ ਤਰ੍ਹਾਂ ਸ਼ਿਫਟ ਹੋ ਜਾਣਾ ਆ। ਆਹ ਵਾਲਾ ਬੌਂਡ 2 ਇਲੈਕਟ੍ਰੋਨਸ ਤੋਂ ਬਣਿਆ ਹੋਇਆ ਆ। ਇਹ ਵਾਲੇ ਦੋਨੋਂ ਇਲੈਕਟ੍ਰੋਨਸ ਫਲੋਰੀਨ ਕਲੋਰੀਨ ਜਿਹੜਾ ਹੈਲੋਜਨ ਐਟਮ ਆ ਉਹਨੇ ਲੈ ਕੇ ਬਾਹਰ ਨਿਕਲ ਜਾਣਾ। ਹੁਣ ਹੋਣਾ ਕੀ, ਠੀਕ ਹੈ। इधर सिंगल बॉन्ड सीगा, ਇਹਦੇ ਵਿੱਚ ਆਹ ਵਾਲਾ बॉन्ड इधर शिफ्ट हो गया, इधर हो गया डबल बॉन्ड। कार्बन ਦੇ 4 बॉन्ड इधर हो गए, 4 इधर हो गए, 1 2 3 4 1 2 3 4 हो गया, एल्कीन बन गई। ਆ ਜਿਹੜਾ ਬੇਸ ਸੀਗਾ ਉਹਨੇ ਕੀ ਫੜ ਲਿਆ, ਬੇਸ ਨੇ H ਨੂੰ ਫੜ ਲਿਆ, ਠੀਕ ਹੈ। ਤੇ ਨਾਲ ਬਾਹਰ ਕਿਹੜੀ ਚੀਜ਼ ਨਿਕਲੀ ਹੈ ਇੱਥੋਂ, X ਤੇ ਨੈਗੇਟਿਵ ਚਾਰਜ। ਨੈਗੇਟਿਵ ਚਾਰਜ ਕਿਉਂ? ਕਿਉਂਕਿ ਦੋਨੋਂ ਇਲੈਕਟ੍ਰੋਨ ਲੈ ਕੇ X ਬਾਹਰ ਨਿਕਲਿਆ ਹੈ, ਠੀਕ ਹੈ। ਹੁਣ ਦੇਖੋ ਇਹਨੂੰ ਬੋਲਦੇ ਆ ਐਲੀਮੀਨੇਸ਼ਨ ਰਿਐਕਸ਼ਨ। ਐਲੀਮੀਨੇਸ਼ਨ ਮੀਨਸ ਕੋਈ ਚੀਜ਼ ਬਾਹਰ ਜਾ ਰਹੀ ਹੈ, ਸੋ ਇਹਨੂੰ ਆਪਾਂ ਕਿਆ ਬੋਲਦੇ ਪਏ ਆ, ਐਲੀਮੀਨੇਸ਼ਨ ਰਿਐਕਸ਼ਨ। ਤੇ ਹੋਰ ਆਪਾਂ ਇਹਦੇ ਵਿੱਚ ਕੀ ਕਹਿ ਸਕਦੇ ਆ ਕਿ ਡੀਹਾਈਡਰੋਹੈਲੋਜੀਨੇਸ਼ਨ, मतलब कि डी मतलब रिमूव हो रही है, हाइड्रोजन ते हैलोजन। एक हाइड्रोजन का रिमूव होया लॉस होया, एक हैलोजन एटम का लॉस होया, तां करके इनू आपां क्या बोलते हैं, डीहाइड्रोहैलोजिनेशन ऑफ एल्काइल हैलाइड। कि जिहड़े एल्काइल हैलाइड आ उहदे विचों किहड़ी चीज़ बाहर जा रही है, हाइड्रोजन ते हैलोजन बाहर जा रहा है, ठीक है। ये चीज़ याद रखनी है। दूसरी चीज़ ਇਹਦੇ ਵਿੱਚ ਫਾਰਮੇਸ਼ਨ ਕਾਦੀ ਹੋ ਰਹੀ ਹੈ, ਐਲਕੀਨ ਦੀ ਫਾਰਮੇਸ਼ਨ ਹੋ ਰਹੀ ਹੈ, ਠੀਕ ਹੈ। ਤੇ ਇੱਕ ਇਹ ਰਿਐਕਸ਼ਨ ਦਾ ਹੋਰ ਨਾਮ ਆ, ਇਹਨੂੰ ਬੀਟਾ ਐਲੀਮੀਨੇਸ਼ਨ ਰਿਐਕਸ਼ਨ ਵੀ ਬੋਲ ਦਿੰਦੇ ਆ। ਕਿਆ ਬੋਲ ਦਿੰਦੇ ਆ? ਬੀਟਾ ਐਲੀਮੀਨੇਸ਼ਨ ਰਿਐਕਸ਼ਨ। ਬੀਟਾ ਐਲੀਮੀਨੇਸ਼ਨ ਰਿਐਕਸ਼ਨ ਕਿਉਂ ਬੋਲਦੇ ਆ? ਕਿਉਂਕਿ ਜਿਹੜਾ ਹਾਈਡਰੋਜਨ ਦਾ ਲਾਸ ਆ ਉਹ ਬੀਟਾ ਕਾਰਬਨ ਜਾਂ ਬੀਟਾ ਪੋਜੀਸ਼ਨ ਤੋਂ ਹੁੰਦਾ ਆ। ਹਾਈਡਰੋਜਨ ਦਾ ਲਾਸ ਕਿਹੜੀ ਕਾਰਬਨ ਤੋਂ ਹੋ ਰਿਹਾ ਆ? ਬੀਟਾ ਪੋਜੀਸ਼ਨ ਤੋਂ ਹੋ ਰਿਹਾ ਆ। ਹੁਣ ਇਹਦੇ ਵਿੱਚ ਆਪਾਂ 1-2 ਐਗਜ਼ਾਮਪਲਸ ਕਰ ਲੈਂਦੇ ਆ, ਬੜੇ ਧਿਆਨ ਨਾਲ ਦੇਖਣਾ ਹੈ ਤੁਸੀਂ। ਕਲੋਰੋ ਈਥੇਨ ਲਿਆ ਆਪਾਂ, ਕਲੋਰੋ ਈਥੇਨ ਲੈ ਕੇ ਉਹਦੇ ਵਿੱਚ ਆਪਾਂ ਪਾਇਆ ਐਲਕੋਹਲਿਕ QH। ਸਭ ਤੋਂ ਪਹਿਲਾਂ ਜਿਹੜਾ ਰਿਐਕਟੈਂਟ ਆ ਉਹਦਾ ਨਾਮ ਲਿਖ ਲੈਂਦੇ, ਕਲੋਰੋ ਈਥੇਨ
ਈਥੇਨ ਮੀਨਸ 2 ਕਾਰਬਨ ਐਟਮ, ਕਲੋਰੋ ਮੀਨਸ ਇੱਕ ਤੇ ਕੀ ਲੱਗਾ ਹੋਇਆ Cl, ਕਲੋਰੋ ਈਥੇਨ ਆ, ਇਹਦੇ ਵਿੱਚ ਕੀ ਪਾਇਆ ਐਲਕੋਹਲਿਕ KOH, ਠੀਕ ਹੈ, ਨਾਲ ਇਹਨੂੰ ਕੀਤਾ ਹੀਟ। ਹੁਣ ਜਿਸ ਤਰ੍ਹਾਂ ਪੇਪਰ ਦੇ ਵਿੱਚ ਇਸ ਤਰ੍ਹਾਂ ਰਿਐਕਸ਼ਨ ਆਉਂਦੀ ਹੈ, ਤੁਸੀਂ ਇਹਨੂੰ ਜ਼ਿਆਦਾ ਮੈਕੈਨਿਜ਼ਮ ਨਹੀਂ ਲਿਖਣਾ, ਮੈਕੈਨਿਜ਼ਮ ਜੇ ਪੁੱਛਣਗੇ ਫਿਰ ਹੀ ਲਿਖਣਾ ਹੈ, ਅਦਰਵਾਈਜ਼ ਤੁਸੀਂ ਇਹਨੂੰ ਡਾਇਰੈਕਟ ਬਾਹਰ ਕੱਢ ਦੇਣਾ, ਠੀਕ ਹੈ, ਲਾਸ ਕਰ ਦੇਣਾ ਇਹਦਾ। ਹੁਣ ਦੇਖੋ ਇੱਕ ਹਾਈਡਰੋਜਨ ਨੇ ਜਾਣਾ ਆ, ਇੱਕ Cl ਨੇ ਜਾਣਾ, ਇੱਕ ਹਾਈਡਰੋਜਨ ਨੇ ਜਾਣਾ, ਇੱਕ Cl ਨੇ ਜਾਣਾ, ਇਹਦੇ ਵਿੱਚ ਬਣ ਕੀ ਜਾਣਾ, ਇੱਧਰ H ਬਚ ਗਿਆ, CH ਡਬਲ ਬੌਂਡ, ਈਥੀਨ ਬਣ ਗਿਆ, ਠੀਕ ਹੈ। ਨਾਲ ਇਹਦੇ ਪ੍ਰੋਡਕਟ ਕਿਹੜਾ ਕਿਹੜਾ ਬਣਨਾ ਆ, OH ਦੇ ਨਾਲ। ਹੁਣ ਜਿਹੜਾ KOH ਆ ਇਹਦੇ ਵਿੱਚੋਂ K ਪੋਜ਼ਿਟਿਵ ਆ, OH ਕਿਆ ਨੈਗੇਟਿਵ ਆ, ਨੈਗੇਟਿਵ ਦੇ ਨਾਲ ਪੋਜ਼ਿਟਿਵ ਜੁੜੂਗਾ, ਮਤਲਬ ਕਿ ਨੈਗੇਟਿਵ ਦੇ ਨਾਲ ਹਾਈਡਰੋਜਨ ਨੇ ਜੁੜ ਕੇ ਕਿਆ ਬਣਾ ਦੇਣਾ H2O, K ਪੋਜ਼ਿਟਿਵ ਹੈ, ਇਹਦੇ ਨਾਲ Cl ਨੇ ਨੈਗੇਟਿਵ ਜੁੜ ਕੇ ਕਿਆ ਬਣਾ ਦੇਣਾ KCl, ਠੀਕ ਹੈ। ਇਹ ਵਾਲਾ ਜਿਹੜਾ ਤੁਹਾਡਾ ਪ੍ਰੋਡਕਟ ਬਣਦਾ ਪਿਆ ਹੈ। ਤੇ ਇੱਕ ਹੋਰ ਰਿਐਕਸ਼ਨ ਕਰ ਲੈਣੀ ਆ, 2 ਬ੍ਰੋਮੋਪ੍ਰੋਪੇਨ ਆ ਤੁਹਾਡੇ ਕੋਲ, ਕਿਆ 2 ਬ੍ਰੋਮੋਪ੍ਰੋਪੇਨ ਆ, ਠੀਕ ਹੈ। 2 ਬ੍ਰੋਮੋਪ੍ਰੋਪੇਨ ਦੇ ਵਿੱਚ ਆਪਾਂ ਐਲਕੋਹਲਿਕ KOH ਪਾਇਆ, ਹੁਣ ਬੇਟਾ ਜਿਹੜਾ 2 ਬ੍ਰੋਮੋਪ੍ਰੋਪੇਨ ਆ, ਜੇ ਆਪਾਂ ਦੇਖੀਏ ਆਹ ਵਾਲੀ ਕਾਰਬਨ ਦੇ ਨਾਲ Br ਲੱਗਾ ਹੋਇਆ, ਦਿਸ ਕਾਰਬਨ ਇਜ਼ ਕਾਲਡ ਐਲਫਾ ਕਾਰਬਨ, ਇੱਧਰ ਵੀ ਕਾਰਬਨ ਆ, ਇਸ ਸਾਈਡ ਵੀ ਕਾਰਬਨ ਆ, ਇਹਨੂੰ ਵੀ ਬੀਟਾ ਕਾਰਬਨ ਬੋਲਾਂਗੇ, ਇਹਨੂੰ ਵੀ ਬੀਟਾ ਕਾਰਬਨ ਬੋਲਾਂਗੇ। ਇਹਦੇ ਵਿੱਚ ਦੋਨਾਂ ਦਾ ਜਿਹੜਾ ਐਨਵਾਇਰਨਮੈਂਟ ਆ ਆਲਮੋਸਟ ਸੇਮ ਆ, ਇਹ ਕਾਰਬਨ ਦੇ ਨਾਲ ਵੀ 3 ਹਾਈਡਰੋਜਨ ਐਟਮਸ ਜੁੜੇ ਹੋਏ ਆ, ਇਹਦੇ ਨਾਲ ਵੀ 3 ਹਾਈਡਰੋਜਨ ਐਟਮ ਜੁੜੇ ਹੋਏ, ਦੋਨਾਂ ਦਾ ਐਨਵਾਇਰਨਮੈਂਟ ਸੇਮ ਆ। ਤੁਸੀਂ ਜਿਹੜੀ ਮਰਜ਼ੀ ਹਾਈਡਰੋਜਨ ਰਿਮੂਵ ਕਰਕੇ, ਇਧਰੋਂ Br ਰਿਮੂਵ ਹੋ ਜਾਣਾ, ਇਧਰੋਂ ਹਾਈਡਰੋਜਨ ਡਬਲ ਬੌਂਡ ਆ ਜਾਣਾ, ਤੇ ਨਾਲ KBr ਬਾਹਰ ਨਿਕਲ ਜਾਣਾ, ਠੀਕ ਹੈ। CH3 CH ਡਬਲ ਬੌਂਡ CH2 ਪਲੱਸ KBr ਪਲੱਸ ਵਾਟਰ, ਇਹ ਸਾਡਾ ਬਣ ਜਾਣਾ ਬੇਟਾ। ਇਹ ਆਲਮੋਸਟ ਸਿੰਪਲ ਕੰਪਾਊਂਡ ਸੀਗੇ। ਥੋੜੇ ਕੰਪਾਊਂਡ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਦੋ ਪ੍ਰੋਡਕਟ ਦੀ ਪੋਸੀਬਿਲਿਟੀ ਹੁੰਦੀ ਹੈ। ਥੋੜੇ ਰਿਐਕਟੈਂਟ ਇਸ ਤਰ੍ਹਾਂ ਦੇ ਹੋਣੇ ਆ, ਉਹਨਾਂ ਦੇ ਵਿੱਚ ਕਿੰਨੇ ਪ੍ਰੋਡਕਟ ਦੀ ਪੋਸੀਬਿਲਿਟੀ, ਉਹਨਾਂ ਵਿੱਚ 2 ਪ੍ਰੋਡਕਟ ਬਣ ਸਕਦੇ ਆ, ਠੀਕ ਹੈ। ਉਹਨੂੰ ਫਿਰ ਤੁਸੀਂ ਧਿਆਨ ਦੇ ਨਾਲ ਸਮਝਣਾ ਕਿ ਉਹਦੇ ਲਈ ਇੱਕ ਰੂਲ ਬਣਿਆ ਹੋਇਆ ਜਿਹਦਾ ਨਾਮ ਹੈਗਾ ਸੈਟ-ਜੈਫ ਰੂਲ। ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਇਸ ਤਰ੍ਹਾਂ ਦਾ ਪ੍ਰੋਡਕਟ ਲਈਏ ਜਿਹਦੇ ਵਿੱਚ 2 ਰਿਐਕਟੈਂਟ ਬਣ ਸਕਦੇ ਆ। ਐਕਸੈਪਸ਼ਨਲ ਕੇਸ ਆ, ਤਾਂ ਕਰਕੇ ਮੈਂ ਇਹਨੂੰ ਹੈਸ਼ ਦੇ ਨਾਲ ਡਿਨੋਟ ਕਰਨ ਲੱਗਾ। ਇਹਦੇ ਵਿੱਚ ਆਪਾਂ ਲਿਖ ਲਿਆ 2 ਬ੍ਰੋਮੋਬਿਊਟੇਨ, ਸਾਡੇ ਕੋਲ ਜਿਹੜਾ ਹੈਗਾ ਰਿਐਕਟੈਂਟ ਕਿਆ 2 ਬ੍ਰੋਮੋਬਿਊਟੇਨ। ਹੁਣ ਦੇਖਿਓ ਇਹ ਕਾਫੀ ਵਧੀਆ ਐਗਜ਼ਾਮਪਲ ਆ। ਇਹਦੇ ਵਿੱਚ ਪਾਣਾ ਐਲਕੋਹਲਿਕ KOH, ਐਰੋ ਪਾ ਕੇ ਲਿਖਣਾ। ਹੁਣ ਇਹ ਵਾਲੀ ਕਾਰਬਨ ਐਲਫਾ ਆ, ਠੀਕ ਹੈ, ਇਹ ਬ੍ਰੋਮੀਨ ਨਾਲ ਜਿਹੜੀ ਜੁੜੀ ਹੋਈ ਹੈ ਕਾਰਬਨ ਐਲਫਾ ਆ। ਇੱਕ ਇਹ ਵਾਲੀ ਬੀਟਾ ਕਾਰਬਨ ਆ, ਇੱਕ ਇਹ ਵਾਲੀ ਬੀਟਾ ਕਾਰਬਨ ਆ। ਹੁਣ ਇਹਦੇ ਕੋਲ ਵੀ ਹਾਈਡਰੋਜਨ ਹੈਗਾ ਆ, ਇਹਦੇ ਕੋਲ ਵੀ ਹਾਈਡਰੋਜਨ ਹੈਗਾ ਆ, ਠੀਕ ਹੈ ਨਾ। ਇਹ ਵਾਲੀ ਕਾਰਬਨ ਕੋਲ ਵੀ ਹਾਈਡਰੋਜਨ ਹੈਗਾ ਆ, ਇਹ ਵਾਲੀ ਕਾਰਬਨ ਕੋਲ ਵੀ ਹਾਈਡਰੋਜਨ ਹੈਗਾ ਆ। ਮੰਨ ਲਓ ਫਸਟ ਕੇਸ ਦੇ ਵਿੱਚ ਆਪਾਂ ਇਹ ਵਾਲੀ ਕਾਰਬਨ ਲੈ ਕੇ ਚੱਲਦੇ ਪਏ ਆ। ਹੁਣ ਦੇਖੋ ਹਾਈਡਰੋਜਨ ਨੇ ਇਧਰੋਂ ਰਿਮੂਵ ਹੋਣਾ ਆ, ਇਹਨੂੰ ਮੈਂ ਥੋੜਾ ਸਹੀ ਕਰਕੇ ਲਿਖ ਲੈਣਾ।
बाकी मैं एज इट इज ही लिख लिया क्योंकि उन्होंने ਆਪਾਂ ज़्यादा छेड़ना ही नहीं गा। एल्कोहलिक KOH। ठीक है, हुण देखो जिहड़ा हाइड्रोजन इधरों रिमूव होया, Br इधरों रिमूव होया, डबल बॉन्ड किहड़ी पोजीशन ते आऊगा? डबल बॉन्ड आना है CH, इधर कितनी हाइड्रोजन बच गई हैं CH2 डबल बॉन्ड CH CH2 CH3। ये की बनया? ਇਹਦਾ नाम बनया 1 ब्रोमो ब्यूट नहीं 1 ब्रोमो का ब्यूट 1इन, ब्यूट 1इन बन गया। ठीक है, जे हुण आपां सैकेंड केस की गल करिए आह वाली बीटा पोजीशन तो, ठीक है, हाइड्रोजन का लॉस करवाइए, फिर किवें होगी रिएक्शन? हुण इस वाली नूं आपां सिंपल करके लिखांगे, इहनूं थोड़ा ओपन च लिख लैने आ। हुण ये ना सोचो कि इधर मैं दूसरा नहीं लिखिया KBr, ये आना है, ठीक है, ते H2। हुण इहदे विच Br ने इधरों निकलना आ, H ने इधरों निकलना है, डबल बॉन्ड कित्थे आऊगा? सैकेंड ते थर्ड कार्बन दे विच CH3 CH CH CH3। इहदा नाम की बनिया? ब्यूट 2इन। हुण जिहड़ा इदां दा केस आ गया, इहदे विच प्रॉब्लम ये आ जांदी है कि दो प्रोडक्ट बनते पे आ, दो प्रोडक्ट बनते पे आ, ते जे सानूं पेपर दे विच क्वेश्चन आ गया फिर आपां किहड़ा प्रोडक्ट लिख के आना आ। ठीक है, ਇਹਦੇ ਵਿੱਚ ਸਿੰਪਲ ਜਿਹੀ ਚੀਜ਼ ਰੱਖਣੀ ਆ ਕਿ ਜਿਹੜਾ ਜ਼ਿਆਦਾ ਐਲਕਾਈਲੇਟਡ ਹੋਵੇ, ਇੱਕ ਸੈਟ ਜੈਫ ਰੂਲ ਹੁੰਦਾ ਹੈ, ਸੈਟ ਜੈਫ ਰੂਲ ਦੀ ਡੈਫੀਨੇਸ਼ਨ ਵੀ ਲਿਖਵਾ ਦਿੰਨੇ ਆ, ਵੱਡੀ ਆ ਥੋੜੀ। ਸੈਟ ਜੈਫ ਰੂਲ ਕੀ ਕਹਿੰਦਾ? ਸਿੰਪਲ ਜਿਹੀ ਯਾਦ ਰੱਖਣਾ ਕਿ ਮੋਰ ਐਲਕਾਈਲੇਟਡ ਐਲਕੀਨ more alkylated ठीक है, डेफिनेशन तो काफ़ी वड्डी करके लिखते हैं, बट तुसी सिंपल याद रखना कि सैट जैफ रूल की कहता? मोर एल्काइलेटेड एल्कीन विल मोर फॉर्मड, कि जिहड़ी ज़्यादा एल्काइलेटेड एल्कीन आ वो ज़्यादा बनूगी ते वो ज़्यादा स्टेबल आ। किहड़ी? हुण जे आपां इन्हां दोनां दी गल करिए, इन्हां दे विचों मोर एल्काइलेटेड एल्कीन किहड़ी आ? एक ब्यूट 1इन आ, एक ब्यूट 2इन आ। इत्थे लिख लैंदे आ ब्यूट 1इन। ਜਿਹੜੀ डबल बॉन्ड है इनू इस तरह लिख लेना। हुण इहदे नाल जिहड़ियां लगियां होईयां इधरले पासे क्या? दोनों हाइड्रोजन, उस पासे क्या? एक आ वाली कार्बन नाल एक H जुड़िया, एक क्या? CH2 CH3। H इधरले पासे क्या? CH2 CH3। ये हैगा ब्यूट 1इन। क्या है? ब्यूट 1इन। जे आपां अगे गल करिए हुण ब्यूट 2इन जिहड़ी आ ਉਹਦੇ ਵਿੱਚ क्या सी इस साइड CH3 है। ये किवें बनदा है? मेरे अकॉर्डिंग तुहानूं पता होना चाहिए है। ये की बन गया? ब्यूट 2इन। हुण सिस ट्रांस की ज़्यादा टेंशन नहीं लैनी, वो आप अगे जाके देखांगे कि सिस ते ट्रांस के विचों किहड़ा ज़्यादा स्टेबल हुंदा। ठीक है, फिलहाल तुसीं इन्हां दोनां दी गल करनी है। हुण इहदे विच आ जिहड़ा डबल बॉन्ड आ, ਇਹਦੇ ਨਾਲ ਇਹਦੇ ਆਲੇ ਦੁਆਲੇ देखो किन्ने एल्काइल ग्रुप लगे हुए। आ भी हाइड्रोजन है, ये भी हाइड्रोजन है, ये भी हाइड्रोजन है, सिर्फ एक एल्काइल ग्रुप लगा हुआ है। ठीक है, जे आप ਇਹਦੀ गल करिए डबल बॉन्ड ਇਹਦੇ ਨਾਲ एक एल्काइल ग्रुप आ लगा हुआ, ये हाइड्रोजन है, ये भी एक एल्काइल ग्रुप, ਇਹਦੇ ਵਿੱਚ दो एल्काइल ग्रुप लगे हुए, ਇਹਦੇ ਵਿੱਚ एक एल्काइल ग्रुप लगा हुआ। फिर इन्हां दोनों ਦੇ ਵਿੱਚੋਂ मोर एल्काइलेटेड ਕਿਹੜੀ होगी? ये वाली मोर एल्काइलेटेड आ, मतलब कि ये स्टेबल आ, ते ये की बनूगी? ज़्यादा बनूगी।
ठीक है। मेजर किहड़ी होगी, मेजर अमाउंट दे विच इहदी फॉर्मेशन होऊगी, ठीक है। एक कौन कहंदा पिया सानू चीज़ किहने एक्सप्लेन कीती, सेट-जेफ रूल ने, ठीक है। सेट-जेफ रूल ने ये चीज़ एक्सप्लेन कीती है। हुण उहदे बाद विच एक सिस ते ट्रांस वाला कंसैप्ट भी मैं तुहानू इत्थे ही क्लीयर करवा दिंदा है। ओके, हुण बेटा उहदे बाद विच जिहड़ी ब्यूट-टू-ईन आ, इहदा नाम क्या, नाम तो लिख लो, ब्यूट-टू-ईन है। इहदे विच बेटा मैं दोनों चीज़ां क्लीयर कर रहा हाँ, जिहदे विच एल्काइल ग्रुप सेम साइड होना उहनूं क्या बोलते हैं, सिज बोलते हैं। जिहदे विच ओपोजिट साइड होना उहनूं आपां क्या बोलते हैं, ट्रांस एल्कीन, ठीक है। तुसीं इहदे विच जिहड़ा याद रखना है कि जिहड़ी सिज एल्कीन आ ये माइनर अमाउंट विच बननी है, मतलब कि थोड़ी बननी है। जदों भी रिएक्शन होनी है जिहड़ी सिज आइसोमर आ वो लैस अमाउंट दे विच बनना है, ते जिहड़ा ट्रांस आइसोमर आ वो ज़्यादा अमाउंट दे विच बनना है। जे कोई तुहानू पुछ लवे कि ट्रांस जिहड़ा ज़्यादा अमाउंट दे विच काते बनदा आ, जिहड़ा ट्रांस आइसोमर आ वो की है, सिमैट्रिकल आ। क्या आ, सिमैट्रिकल आ, तां करके ये ज़्यादा अमाउंट दे विच बनदा आ। ट्रांस आइसोमर क्या ज़्यादा सिमैट्रिकल आ, सो कि ज़्यादा अमाउंट दे विच ट्रांस आइसोमर बनदा है, ठीक है। तो ਉਹਦੇ बाद ਵਿੱਚ ਆਪਾਂ एक होर टॉपिक करते हैं ਇਹਦੇ ਨਾਲ ਹੀ रिलेटेड। बेटा कई बारी वो पुछ ਲੈਂਦੇ ਹੁੰਦੇ ਆ कि रिएक्टिविटी दसो, रिएक्टिविटी ऑफ एल्काइल हैलाइड्स टूवर्ड्स एलिमिनेशन रिएक्शन, कि रिएक्टिविटी दसो कि प्राइमरी सैकेंडरी टर्शरी हैलाइड आ जिहड़े उन्हां दे विचों ज़्यादा रिएक्टिव किहड़ा होऊगा टूवर्ड्स एलिमिनेशन रिएक्शन। हुण सिंपल जी चीज़ आ, पहलां आपां हरेक दी एग्जाम्पल लैके कर लैंदे आ। ये साडे कोल प्राइमरी हैलाइड आ, इहदे विच जदों आपां एल्कोहलिक KOH पाया, ठीक है, इहदे विचों क्या बन गया, इधरों हाइड्रोजन रिमूव होया, ठीक है। एल्फा बीटा, बीटा तो हाइड्रोजन रिमूव होया, की बन गया CH2 डबल बॉन्ड CH2 प्लस KBr प्लस H2, ठीक है। ये सिंपल जी ਇਹਦਾ साइड प्रोडक्ट लिखी जाओ नाल, हुण मैं ज़्यादा नहीं लिखने। प्राइमरी च ये बनिया। जे आपां सैकेंडरी की गल करिए, सैकेंडरी दे विच क्या होना सीगा, CH इधर एक होर लगा होया CH3, ठीक है। प्राइमरी किहड़ा हुंदा जिहदे नाल एक एल्काइल ग्रुप लगा होवे, सैकेंडरी है जिहड़ी कार्बन दे नाल Br लगा हो, उहदे नाल दो एल्काइल ग्रुप लगे होए, तां करके किहड़ा सैकेंडरी है। इहदे विच जदों एल्कोहलिक KOH पाया, ठीक है, इहदे विच की बनिया, ये अल्फा पोजीशन आ, बीटा ये दोनों सेम आ, जे तो मर्जी रिमूव करवा दिओ, की बन गया CH2 डबल बॉन्ड CH नाल इहदे की लगा होया एक CH3 प्लस KBr प्लस H2O। जे हुण आपां टर्शरी की गल करिए, टर्शरी दा जिहड़ा आ CH3, इधर भी CH3 ते नाल की लगा होया Br, ये साडे कोल किहड़ा आ गया टर्शरी। ਇਹਦੇ ਵਿੱਚ ਕੀ ਪਾਇਆ, ਐਲਕੋਹਲਿਕ KOH ਪਾਇਆ, ठीक है। ਹੁਣ ਇਹਦੇ ਵਿੱਚ ਕਾਦੀ ਫਾਰਮੇਸ਼ਨ ਹੋਈ, CH ਆ ਅਲਫਾ ਬੀਟਾ, ਜੇ ਤੋਂ ਮਰਜ਼ੀ ਕੱਢ ਲਓ, ਸਾਰੇ ਬੀਟਾ ਹੀ ਹੈ ਇਹ, ठीक है। ਮੰਨ ਲਓ ਇਧਰੋਂ ਰਿਮੂਵ ਕਰ ਲਿਆ ਆਪਾਂ, ਹੁਣ ਆਪਾਂ ਦੇਖਣਾ ਆ ਕਿ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਟੇਬਲ ਕਿਹੜਾ ਆ। ਜੇ ਆਪਾਂ ਸਭ ਤੋਂ ਜ਼ਿਆਦਾ ਸਟੇਬਲ ਦੇਖੀਏ हैगी एल्कीन, एल्कीन ਇਹਦੇ ਵਿੱਚ ਕੋਈ ਐਲਕਾਈਲ ਗਰੁੱਪ ਲੱਗਾ ਹੋਇਆ ਆ, ਇਹਦੇ ਵਿੱਚ ਨੋ ਐਲਕਾਈਲ ਗਰੁੱਪ, ਠੀਕ ਹੈ। ਇਹਦੇ ਵਿੱਚ ਕਿੰਨੇ ਐਲਕਾਈਲ ਗਰੁੱਪ ਆ, ਇੱਕ ਐਲਕਾਈਲ ਗਰੁੱਪ ਆ। ਇਹਦੇ ਵਿੱਚ ਕਿੰਨੇ ਐਲਕਾਈਲ ਆ, ਤਾਂ ਹਾਈਡਰੋਜਨ ਨਾਲ ਦੋ ਐਲਕਾਈਲ ਗਰੁੱਪ ਆ। ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਐਲਕਾਈਲੇਟਡ ਕਿਹੜਾ ਆ, ਇਹ ਵਾਲਾ ਹੈ। ਜਿਹੜਾ ਸਭ ਤੋਂ ਜ਼ਿਆਦਾ ਐਲਕਾਈਲੇਟਡ ਆ, ਜੇ ਆਪਾਂ ਤਿੰਨਾਂ ਦਾ ਕੰਪੈਰੀਜ਼ਨ ਕਰੀਏ, ਸਭ ਤੋਂ ਜ਼ਿਆਦਾ ਐਲਕਾਈਲੇਟਡ ਆ, ਮੋਰ ਐਲਕਾਈਲੇਟਡ
ਜੇ ਸਭ ਤੋਂ ਜ਼ਿਆਦਾ ਅਲਕਾਈਲੇਟਡ ਆ ਤੇ ਇਹ ਵਾਲਾ ਸਭ ਤੋਂ ਜ਼ਿਆਦਾ ਕੀ ਹੋਊਗਾ, ਸਟੇਬਲ। ਮੋਰ ਅਲਕਾਈਲੇਟਡ ਮੋਰ ਸਟੇਬਲ, ਜ਼ਿਆਦਾ ਅਲਕਾਈਲੇਟਡ ਆ ਐਂਡ ਮੋਰ ਸਟੇਬਲ ਆ। ਮੋਰ ਅਲਕਾਈਲੇਟਡ ਮੋਰ ਸਟੇਬਲ, ਜੇ ਇਹ ਵਾਲਾ ਸਟੇਬਲ ਹੋਊਗਾ, ਮੈਂ ਤੁਹਾਨੂੰ ਦੱਸਿਆ ਹੋਇਆ ਆ ਕਿ ਅਗਰ ਪ੍ਰੋਡਕਟ ਸਟੇਬਲ ਆ ਇਹਦਾ ਮਤਲਬ ਕਿ ਜਿਹੜਾ ਰਿਐਕਟੈਂਟ ਆ ਉਹ ਕੀ ਹੋਊਗਾ, ਰਿਐਕਟਿਵ ਹੋਊਗਾ। ਕੀ ਹੋਊਗਾ ਉਹ, ਮੋਰ ਸਟੇਬਲ, ਤੇ ਜਿਹੜਾ ਉਹਦਾ ਰਿਐਕਟੈਂਟ ਹੋਊਗਾ ਉਹ ਵੀ ਕੀ ਹੋਊਗਾ, ਮੋਰ ਰਿਐਕਟਿਵ। ਗੱਲ ਸਮਝ ਲੱਗ ਗਈ। ਅਗਰ ਪ੍ਰੋਡਕਟ ਸਟੇਬਲ ਬਣ ਰਿਹਾ, ਜ਼ਿਆਦਾ ਸਟੇਬਲ ਬਣ ਰਿਹਾ, ਤੇ ਉਹਦਾ ਜਿਹੜਾ ਰਿਐਕਟੈਂਟ ਆ ਉਹ ਮੋਰ ਰਿਐਕਟਿਵ ਹੋਊਗਾ। ਮੋਰ ਰਿਐਕਟਿਵ ਕਾਹਦੇ ਹੋਊਗਾ, ਉਹ ਰਿਐਕਟ ਕਰਕੇ ਸਟੇਬਲ ਹੋਣ ਦੀ ਕੋਸ਼ਿਸ਼ ਕਰੂਗਾ। ਠੀਕ ਹੈ, ਜੇ ਆਪਾਂ ਇਹਨਾਂ ਤਿੰਨਾਂ ਦੇ ਵਿੱਚੋਂ ਰਿਐਕਟੀਵਿਟੀ ਆਰਡਰ ਦੇਖੀਏ ਕਿ ਜਿਹੜੇ ਟਰਸ਼ਰੀ ਹੈਲਾਈਡ ਆ ਉਹ ਸਭ ਤੋਂ ਜ਼ਿਆਦਾ ਰਿਐਕਟਿਵ ਆ ਐਸ ਕੰਪੇਅਰ ਟੂ ਸੈਕੰਡਰੀ ਹੈਲਾਈਡ, ਤੇ ਜਿਹੜੇ ਸੈਕੰਡਰੀ ਹੈਲਾਈਡ ਆ ਉਹ ਜ਼ਿਆਦਾ ਰਿਐਕਟਿਵ ਐਸ ਕੰਪੇਅਰ ਟੂ ਪ੍ਰਾਇਮਰੀ ਹੈਲਾਈਡ। ਇਹਦੇ ਵਿੱਚ ਰੀਜ਼ਨ ਉਹ ਹੀ ਆ ਜਿਹੜਾ ਮੈਂ ਤੁਹਾਨੂੰ ਲਿਖਵਾਤਾ ਜਾਂ ਸਮਝਾ ਦਿੱਤਾ। ਠੀਕ ਹੈ, ਇੰਨਾ ਟੌਪਿਕ ਕਰ ਲੈਣਾ ਧਿਆਨ ਦੇ ਨਾਲ। ਅਗਰ ਕੋਈ ਡਾਊਟ ਹੋਵੇ ਤਾਂ ਮੈਨੂੰ ਪੁੱਛ ਜ਼ਰੂਰ ਲੈਣਾ ਹੈ। ਠੀਕ ਹੈ ਬੱਚੇ, ਓਕੇ ਬੇਟਾ, ਥੈਂਕ ਯੂ।